ਦੱਸਾਂਗੇ ਕਿਵੇਂ ਕੰਜ਼ਰਵੇਟਿਵ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਲੜ ਰਹੇ ਐਰੀਨ ਓਟੂਲ ਨੇ ਭਾਰਤੀ ਦੌਰੇ ਦਾ ਜ਼ਿਕਰ ਕਰਦੇ ਹੋਏ ਜਸਟਿਨ ਟਰੂਡੋ ਤੇ ਸਾਧਿਆ ਨਿਸ਼ਾਨਾ। ਜਗਮੀਤ ਸਿੰਘ ਮੂਲ ਨਿਵਾਸੀਆਂ ਦੇ ਬੱਚਿਆਂ ਦੀਆਂ ਜਿੱਥੇ ਅਣਪਛਾਤੀਆਂ ਕਬਰਾਂ ਮਿਲੀਆਂ ਸੀ, ਉੱਥੇ ਸਸਕੈਚੁਅਨ ਦੇ ਵਿੱਚ ਪਹੁੰਚੇ ਤੇ ਭਾਵੁਕ ਹੋਏ। ਸਰੀ ਵਿੱਚ ਗੋਲੀਆਂ ਚੱਲੀਆਂ ਨੇ, ਇੱਕ ਵਿਅਕਤੀ ਦੇ ਲੱਗੀਆਂ ਗੋਲੀਆਂ। ਟੋਰਾਂਟੋ 에ਅਰਪੋਰਟ ਦੇ ਉੱਤੇ ਆਉਂਦੇ ਕੁਝ ਦਿਨ ਦੇ ਵਿੱਚ ਪਹੁੰਚਣ ਵਾਲੇ ਯਾਤਰੀਆਂ ਦੇ ਲਈ ਅਹਿਮ ਜਾਣਕਾਰੀ ਦੱਸਾਂਗੇ ਅਧਿਕਾਰੀਆਂ ਨੇ ਕੀ ਚੇਤਾਵਨੀ ਦਿੱਤੀ ਹੈ। ਇੰਟਰਨੈਸ਼ਨਲ ਸਟੂਡੈਂਟਸ ਦੇ ਲਈ TR ਟੂ PR ਪਾਥਵੇ ਰਾਹੀਂ ਫਾਈਲਾਂ ਲਾਉਣ ਦੀ ਗਿਣਤੀ ਸੰਬੰਧੀ ਨਵੀਂ ਜਾਣਕਾਰੀ, ਇਸ ਦੇ ਬਾਰੇ ਵੀ ਖਬਰਾਂ ਦੇ ਵਿੱਚ ਤੁਹਾਨੂੰ ਦੱਸਾਂਗੇ। ਕੈਨੇਡਾ ਵੱਲੋਂ ਭੇਜੇ ਗਏ ਜਹਾਜ਼ ਦੇ ਰਾਹੀਂ 106 ਹੋਰ ਅਫਗਾਨੀਆਂ ਨੂੰ ਕੱਢਿਆ ਗਿਆ ਕਾਬੁਲ ਚੋਂ ਬਾਹਰ, ਇਸ ਦੇ ਬਾਰੇ ਹੋਰ ਜਾਣਕਾਰੀ ਖਬਰਾਂ ਦੇ ਵਿੱਚ ਦਵਾਂਗੇ। ਸਤਿ ਸ਼੍ਰੀ ਅਕਾਲ, PNCN ਦੇਖ ਰਹੇ ਹੋ ਤੁਸੀਂ। ਖਬਰਾਂ ਦੀ ਸ਼ੁਰੂਆਤ ਕਰਾਂਗੇ। ਕੰਜ਼ਰਵੇਟਿਵ ਪਾਰਟੀ ਦੇ ਪ੍ਰਧਾਨ ਤੇ ਪ੍ਰਧਾਨ ਮੰਤਰੀ ਅਹੁਦੇ ਦੇ ਵਾਸਤੇ ਚੋਣਾਂ ਲੜ ਰਹੇ ਐਰੀਨ ਓਟੂਲ ਦੇ ਵੱਲੋਂ ਜਦੋਂ ਜਸਟਿਨ ਟਰੂਡੋ ਦੇ ਉੱਤੇ ਨਿਸ਼ਾਨੇ ਸਾਧੇ ਗਏ ਤਾਂ ਉਸ ਮੌਕੇ ਉਹਨਾਂ ਨੇ ਭਾਰਤ ਦੇ ਵਿੱਚ ਜੋ ਪ੍ਰਧਾਨ ਮੰਤਰੀ ਨਾਲ ਕੈਨੇਡਾ ਦੇ ਨਾਲ ਵਤੀਰਾ ਹੋਇਆ ਤੇ ਇੱਕ ਐਪੀਸੋਡ ਬਣਨ ਦਾ ਜ਼ਿਕਰ ਕੀਤਾ ਉਹਨਾਂ ਨੇ, ਤੇ ਉਸ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਕੈਨੇਡਾ ਦੇ ਕਿਸੇ ਪ੍ਰਧਾਨ ਮੰਤਰੀ ਦੇ ਨਾਲ ਅਜਿਹਾ ਅੱਗੇ ਨਾ ਹੋਵੇ ਤਾਂ ਇਸ ਦੇ ਵਾਸਤੇ, ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਵੱਡੀ ਗਿਣਤੀ ਕੈਨੇਡਾ ਵਾਸੀਆਂ ਦੀਆਂ ਨੌਕਰੀਆਂ ਨਾ ਜਾਣ ਤੇ ਵਿੱਤੀ ਪੱਧਰ ਦੇ ਉੱਤੇ ਕਿਸੇ ਵੀ ਕੈਨੇਡਾ ਵਾਸੀ ਨੂੰ ਨੁਕਸਾਨ ਨਾ ਹੋਵੇ, ਤਾਂ ਜੇਕਰ ਅਜਿਹਾ ਕੈਨੇਡਾ ਵਾਸੀ ਚਾਹੁੰਦੇ ਨੇ ਤਾਂ ਉਹਨਾਂ ਨੂੰ ਆਪਣਾ ਪ੍ਰਧਾਨ ਮੰਤਰੀ ਚੁਣਿਆ ਜਾਵੇ ਤੇ ਉਹਨਾਂ ਦੀ ਪਾਰਟੀ ਦੀ ਸਰਕਾਰ ਬਣਾਈ ਜਾਵੇ, ਵੋਟਾਂ ਉਹਨਾਂ ਨੂੰ ਪਾਈਆਂ ਜਾਣ। We don't need a celebrity prime minister. We need a competent one. We don't need a prime minister that announces things and delivers nothing. We need to put the needs of the country first. Otherwise, we're going to see more division, more jobs leave our country, and more episodes of the prime minister on the world stage like we saw in India. ਤਾਂ ਉਧਰ ਜਗਮੀਤ ਸਿੰਘ ਮੂਲ ਨਿਵਾਸੀਆਂ ਦੇ ਬੱਚਿਆਂ ਦੀਆਂ ਜਿੱਥੇ ਕਿ ਕਬਰਾਂ ਮਿਲੀਆਂ ਸਸਕੈਚੁਅਨ ਦੇ ਵਿੱਚ ਉੱਥੇ ਪਹੁੰਚੇ, ਜਿੱਥੇ ਕਿ ਆਪਣੀ ਪਤਨੀ ਨਾਲ ਜਦੋਂ ਉਹ ਪਹੁੰਚੇ ਤਾਂ ਉਸ ਮੌਕੇ ਉਹ ਭਾਵੁਕ ਵੀ ਹੋ ਗਏ। ਤਾਂ ਇਸ ਸਮੇਂ ਜਗਮੀਤ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਉਹਨਾਂ ਨੇ ਵੀ ਮਹਿਸੂਸ ਕੀਤਾ ਹੈ ਤੇ ਆਪਣੀ ਜ਼ਿੰਦਗੀ ਦੇ ਵਿੱਚ ਅਨੁਭਵ ਕੀਤਾ ਹੈ, ਕੁਝ ਉਸ ਤਰ੍ਹਾਂ ਮੂਲ ਨਿਵਾਸੀਆਂ ਦਾ ਦਰਦ ਉਹ ਸਮਝ ਸਕਦੇ ਨੇ। Why should communities believe you if, as you say, Justin Trudeau let them down? How are you not going to let them down? Besides saying political will, because everybody will say, hey, I'm going to get it done. But once they get into power, they realize it's tough to govern. One, I'm not Justin Trudeau. I'm not like him. I've lived a different life. And I've felt some of the pain of what it's like to be considered less than. I understand the pain of being someone that's not valued, not worth anything. And Indigenous people have been made to feel that way for so long. Maybe other politicians don't care. Maybe it's not important to them. Maybe they've never experienced what it's like to be considered less worthy just because of the way you look. I know a little bit what that's like. And I promise you, I'll be... ਅਗਲੀ ਖਬਰ ਹੈ, ਸਰੀ ਦੇ ਵਿੱਚ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ। ਸ਼ੁੱਕਰਵਾਰ ਦੀ ਰਾਤ ਨੂੰ ਗੋਲੀਆਂ ਚੱਲੀਆਂ। ਪੂਰੀ ਜਾਣਕਾਰੀ ਦੇ ਬਾਰੇ ਹੁਣ ਤੁਹਾਨੂੰ ਦੱਸਾਂਗੇ। ਸਰੀ ਵਿੱਚ ਕੱਲ ਸ਼ਾਮ ਗੋਲੀਆਂ ਚੱਲੀਆਂ ਨੇ। ਨਿਊਟਨ ਖੇਤਰ ਵਿੱਚ ਗੋਲੀਆਂ ਚੱਲਣ ਦਾ ਇਹ ਮਾਮਲਾ ਸਾਹਮਣੇ ਆਇਆ, ਜਿਸ ਦੇ ਬਾਰੇ ਸਰੀ RCMP ਨੇ ਦੱਸਿਆ ਕਿ ਇੱਕ ਵਿਅਕਤੀ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿਸ ਦੀ ਕਿ ਹਾਲਤ ਖਤਰੇ ਵਾਲੀ ਬਣੀ ਹੋਈ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਸ਼ਾਮ ਨੂੰ 5:41 ਦੇ ਕਰੀਬ ਦਾ ਸਮਾਂ ਸੀ ਜਦੋਂ 137 ਬਲਾਕ ਤੇ 70 ਐਵੇਨਿਊ ਦੇ ਨੇੜੇ ਗੋਲੀਆਂ ਚੱਲੀਆਂ, ਜਿਸ ਤੋਂ ਬਾਅਦ ਜਦੋਂ ਅਧਿਕਾਰੀ ਮੌਕੇ ਦੇ ਉੱਤੇ ਪਹੁੰਚੇ ਤਾਂ ਉੱਥੇ ਇੱਕ ਵਿਅਕਤੀ ਜ਼ਖਮੀ ਹਾਲਤ ਵਿੱਚ ਮੌਜੂਦ ਸੀ, ਜਿਸ ਨੂੰ ਗੋਲੀਆਂ ਲੱਗੀਆਂ ਹੋਈਆਂ ਸਨ, ਜਿਸ ਦੀ ਹਾਲਤ ਗੰਭੀਰ ਬਣੀ ਹੋਈ ਹੈ ਤੇ ਉਹ ਹਸਪਤਾਲ ਦੇ ਵਿੱਚ ਭਰਤੀ ਹੈ। ਇਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ 2 ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ, ਜਿਸ ਦੇ ਬਾਰੇ ਉਹਨਾਂ ਦਾ ਕਹਿਣਾ ਹੈ ਕਿ ਜਾਂਚ ਹਜੇ ਵੀ ਚੱਲ ਰਹੀ ਹੈ। ਅਧਿਕਾਰੀਆਂ ਨੇ ਇਸ ਮੌਕੇ ਆਲੇ ਦੁਆਲੇ ਜਿੰਨੇ ਵੀ ਵਿਅਕਤੀ ਸਨ ਉਹਨਾਂ ਦੇ ਨਾਲ ਪੁੱਛਗਿੱਛ ਵੀ ਕੀਤੀ ਹੈ ਤੇ ਚਸ਼ਮਦੀਦਾਂ ਦੇ ਵਾਸਤੇ ਉਹਨਾਂ ਨੇ ਕਿਹਾ ਕਿ ਜੇਕਰ ਕਿਸੇ ਹੋਰ ਨੇ ਇਹ ਘਟਨਾ ਵਾਪਰਦੀ ਵੇਖੀ ਹੋਵੇ ਤਾਂ ਪੁਲਿਸ ਨੂੰ ਜਾਣਕਾਰੀ ਜ਼ਰੂਰ ਦਿੱਤੀ ਜਾਵੇ। ਪੁਲਿਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਨਿਸ਼ਾਨਾ ਧਾਰ ਕੇ ਗੋਲੀ ਚਲਾਈ ਗਈ ਹੈ ਤੇ ਦੋਵੇਂ ਜਿਨ੍ਹਾਂ ਵਿੱਚ ਪੀੜਤ ਤੇ ਨਾਲ ਹੀ ਸ਼ੱਕੀ ਵਿਅਕਤੀ ਸ਼ਾਮਲ ਨੇ ਇੱਕ ਦੂਜੇ ਨੂੰ ਜਾਣਦੇ ਸਨ, ਜਿਸ ਦੇ ਨਾਲ ਹੀ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਲੋਅਰ ਮੇਨਲੈਂਡ ਦੇ ਵਿੱਚ ਜੋ ਗੈਂਗ ਹਿੰਸਾ ਚੱਲ ਰਹੀ ਹੈ ਉਸ ਦੇ ਨਾਲ ਜੁੜਿਆ ਹੋਇਆ ਇਹ ਮਾਮਲਾ ਨਹੀਂ ਜਾਪਦਾ। ਜੇਕਰ ਕਿਸੇ ਦੇ ਕੋਲ ਵੀ ਕੋਈ ਡੈਸ਼ਕੈਮ ਵੀਡੀਓ ਜਾਂ ਫਿਰ ਕੋਈ ਹੋਰ ਜਾਣਕਾਰੀ ਹੋਵੇ ਤਾਂ ਸਰੀ RCMP ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਅੱਗੇ ਕਿ ਇੰਟਰਨੈਸ਼ਨਲ 에ਅਰਪੋਰਟ ਟੋਰਾਂਟੋ ਦੇ ਵਿੱਚ ਉੱਥੇ ਤੋਂ ਅਧਿਕਾਰੀਆਂ ਦੇ ਵੱਲੋਂ ਯਾਤਰੀਆਂ ਦੇ ਵਾਸਤੇ ਚੇਤਾਵਨੀ ਦਿੱਤੀ ਗਈ ਹੈ ਤੇ ਕੀ ਉਹਨਾਂ ਨੇ ਜਾਣਕਾਰੀ ਦਿੱਤੀ ਉਹ ਤੁਹਾਨੂੰ ਦੱਸਦੇ ਹਾਂ। ਇਸ ਵੀਕਐਂਡ ਦੇ ਉੱਤੇ ਜੇਕਰ ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ 에ਅਰਪੋਰਟ ਦੇ ਉੱਤੇ ਤੁਸੀਂ ਪਹੁੰਚ ਰਹੇ ਹੋ ਤਾਂ ਤੁਹਾਡੇ ਵਾਸਤੇ ਜਾਣਕਾਰੀ ਅਹਿਮ ਹੈ, ਜਿਸ ਦੇ ਬਾਰੇ 에ਅਰਪੋਰਟ ਅਧਿਕਾਰੀਆਂ ਨੇ ਚੇਤਾਵਨੀ ਵੀ ਦਿੱਤੀ ਹੈ ਕਿ ਜੇਕਰ ਤੁਹਾਡੀ ਅੱਗੇ ਕੋਈ ਹੋਰ ਫਲਾਈਟ ਹੈ
ਜਾਂ ਫਿਰ ਤੁਸੀਂ ਅੱਗੇ ਕਿਤੇ ਸਮੇਂ ਦੇ ਉੱਤੇ ਪਹੁੰਚਣਾ ਹੈ ਤਾਂ ਪਹਿਲਾਂ ਤੋਂ ਕੁਝ ਇਸ ਤਰ੍ਹਾਂ ਤਿਆਰੀ ਕੀਤੀ ਜਾਵੇ ਕਿ ਜਦੋਂ ਤੁਸੀਂ 에ਅਰਪੋਰਟ ਦੇ ਉੱਤੇ ਪਹੁੰਚੋਗੇ ਤਾਂ 3 ਘੰਟੇ ਤੱਕ ਦਾ ਸਮਾਂ ਵੀ ਤੁਹਾਨੂੰ ਲੱਗ ਸਕਦਾ ਹੈ ਉਡੀਕ ਦੇ ਵਾਸਤੇ ਕਿ 에ਅਰਪੋਰਟ ਤੋਂ ਬਾਹਰ ਨਿਕਲਣ ਦੇ ਲਈ, ਜਿਸ ਦੇ ਵਿੱਚ ਵੱਖੋ ਵੱਖਰੇ ਕਾਰਨ ਦੱਸੇ ਗਏ ਨੇ ਕਿ ਜਿਵੇਂ ਕਿ ਸਿਹਤ ਨੂੰ ਲੈ ਕੇ ਸਕਰੀਨਿੰਗ ਹੁੰਦੀ ਹੈ, ਜੋ ਟੀਕੇ ਲੱਗੇ ਹੋਣ ਦਾ ਸਟੇਟਸ ਚੈੱਕ ਕਰਨਾ, ਇਮੀਗ੍ਰੇਸ਼ਨ ਦੀ ਪ੍ਰਕਿਰਿਆ ਤੇ ਹੋਰ ਕਈ ਅਜਿਹੇ ਕਾਰਨ ਨੇ ਜਿਨ੍ਹਾਂ ਦੇ ਕਰਕੇ 에ਅਰਪੋਰਟ ਦੇ ਉੱਤੇ ਹੀ ਕਈ ਘੰਟੇ ਤੱਕ ਉਡੀਕ ਕਰਨੀ ਪੈ ਸਕਦੀ ਹੈ, ਜਿਸ ਕਰਕੇ ਪਹਿਲਾਂ ਤੋਂ ਹੀ ਕੁਝ ਇਸ ਤਰ੍ਹਾਂ ਤਿਆਰੀ ਕੀਤੀ ਜਾਵੇ, ਜਿਸ ਦੇ ਲਈ ਯਾਤਰੀਆਂ ਦੇ ਵਾਸਤੇ ਟੋਰਾਂਟੋ ਪੀਅਰਸਨ 에ਅਰਪੋਰਟ ਤੋਂ ਜਾਣਕਾਰੀ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਵੀ ਜਦੋਂ ਤੋਂ ਕੋਵਿਡ-19 ਦੇ ਟੀਕੇ ਲੱਗੇ ਹੋਣ ਦੇ ਉੱਤੇ ਕੁਆਰੰਟਾਈਨ ਤੋਂ ਛੋਟ ਤੇ ਇਸ ਦੇ ਨਾਲ ਹੋਰ ਹਦਾਇਤਾਂ ਤੋਂ ਛੋਟ ਦਾ ਐਲਾਨ ਹੋਇਆ ਤੇ ਯਾਤਰੀਆਂ ਦੀ ਗਿਣਤੀ ਵਧੀ। ਟੋਰਾਂਟੋ ਦੇ ਪੀਅਰਸਨ 에ਅਰਪੋਰਟ ਦੇ ਉੱਤੇ ਯਾਤਰੀਆਂ ਨੂੰ ਲੰਮੇ ਚਿਰ ਦੇ ਵਾਸਤੇ ਉਡੀਕ ਕਰਨੀ ਪੈ ਰਹੀ ਹੈ। ਇਸ ਤੇ ਕਈਆਂ ਨੇ ਪਹਿਲਾਂ ਵੀ ਤਜਰਬੇ ਸਾਂਝੇ ਕੀਤੇ ਨੇ ਤੇ ਇਸ ਸਮੇਂ ਜਿਵੇਂ ਕਿ ਅਧਿਕਾਰੀਆਂ ਦੇ ਵੱਲੋਂ ਹੀ ਕਹਿ ਦਿੱਤਾ ਗਿਆ ਕਿ ਕਈ ਘੰਟੇ ਤੱਕ ਤੁਹਾਨੂੰ 에ਅਰਪੋਰਟ ਦੇ ਉੱਤੇ ਜਿਸ ਪ੍ਰਕਿਰਿਆ ਦੇ ਵਿੱਚੋਂ ਲੰਘਣਾ ਪੈਂਦਾ ਹੈ ਉਸ ਦੌਰਾਨ ਲੰਮੀਆਂ ਕਤਾਰਾਂ ਵਿੱਚ ਉਡੀਕ ਕਰਨੀ ਪੈ ਸਕਦੀ ਹੈ। ਇੱਥੇ ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਜਾਣਕਾਰੀ ਸਾਹਮਣੇ ਆਈ ਸੀ ਜਿਸ ਦੇ ਵਿੱਚ ਕਈ ਯਾਤਰੀਆਂ ਨੇ ਅਨੁਭਵ ਸਾਂਝੇ ਕੀਤੇ ਸੀ ਕਿ ਉਹਨਾਂ ਨੂੰ 2 ਤੋਂ 3 ਘੰਟੇ ਵਾਸਤੇ 에ਅਰਪੋਰਟ ਦੇ ਉੱਤੇ ਪਹੁੰਚ ਕੇ ਜਹਾਜ਼ ਦੇ ਵਿੱਚ ਹੀ ਉਡੀਕ ਵੀ ਕਰਨੀ ਪੈ ਰਹੀ ਹੈ, ਕਿਉਂਕਿ ਕੋਵਿਡ-19 ਦੇ ਕਰਕੇ ਇੱਕ ਸੀਮਤ ਗਿਣਤੀ ਹੈ, ਉਸ ਗਿਣਤੀ ਦੇ ਵਿੱਚ ਹੀ 에ਅਰਪੋਰਟ ਦੇ ਵਿੱਚ ਵਿਅਕਤੀਆਂ ਨੂੰ ਐਂਟਰੀ ਦਿੱਤੀ ਜਾ ਸਕਦੀ ਹੈ, ਪਰ ਜੇਕਰ ਉਸ ਤੋਂ ਗਿਣਤੀ ਵੱਧ ਜਾਂਦੀ ਹੈ ਤਾਂ ਉਨਾ ਚਿਰ ਜਹਾਜ਼ ਦੇ ਵਿੱਚ ਹੀ ਯਾਤਰੀਆਂ ਨੂੰ ਉਡੀਕ ਕਰਨੀ ਪੈਂਦੀ ਹੈ ਜਦੋਂ ਤੱਕ 에ਅਰਪੋਰਟ ਦੇ ਵਿੱਚੋਂ ਜਿਹੜੇ ਪਹਿਲਾਂ ਯਾਤਰੀ ਪਹੁੰਚੇ ਹੋਏ ਨੇ ਉਹ ਬਾਹਰ ਨਾ ਚਲੇ ਜਾਣ। ਤਾਂ ਉਧਰ ਅਫਗਾਨੀਆਂ ਨੂੰ ਕਾਬੁਲ ਦੇ ਵਿੱਚੋਂ ਕੱਢਣ ਦੇ ਵਾਸਤੇ ਲਗਾਤਾਰ ਜੋ ਇਸ ਸਮੇਂ ਉਪਰਾਲੇ ਕੀਤੇ ਜਾ ਰਹੇ ਨੇ ਉਸ ਦੇ ਵਿੱਚ ਕੈਨੇਡਾ ਦੇ ਵੱਲੋਂ ਭੇਜਿਆ ਗਿਆ ਦੂਜਾ ਜਹਾਜ਼ ਉੱਥੇ ਤੋਂ 106 ਦੇ ਕਰੀਬ ਅਫਗਾਨੀਆਂ ਨੂੰ ਕੱਢ ਕੇ ਲੈ ਕੇ ਆਇਆ ਹੈ। ਉਸ ਦੇ ਬਾਰੇ ਤੁਹਾਨੂੰ ਦੱਸਦੇ ਹਾਂ ਹੁਣ ਪੂਰੀ ਜਾਣਕਾਰੀ ਇਸ ਰਿਪੋਰਟ ਦੇ ਵਿੱਚ। ਕੈਨੇਡਾ ਦਾ ਇੱਕ ਹੋਰ ਜਹਾਜ਼ ਅਫਗਾਨੀਆਂ ਨੂੰ ਕਾਬੁਲ ਦੇ ਵਿੱਚੋਂ ਕੱਢ ਕੇ ਲੈ ਕੇ ਆਇਆ ਹੈ, ਜੋ ਕਿ ਸ਼ੁੱਕਰਵਾਰ ਨੂੰ ਲੈ ਕੇ ਆਇਆ ਹੈ। 106 ਅਫਗਾਨੀਆਂ ਨੂੰ ਉੱਥੇ ਤੋਂ ਸੁਰੱਖਿਅਤ ਕੱਢਿਆ ਗਿਆ ਹੈ, ਜਿਸ ਦੇ ਬਾਰੇ ਸ਼ਨੀਵਾਰ ਨੂੰ ਕੈਨੇਡਾ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ, ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਜਦੋਂ ਤੋਂ ਅਫਗਾਨਿਸਤਾਨ ਦੇ ਉੱਤੇ ਤਾਲਿਬਾਨ ਕਾਬਜ਼ ਹੋਇਆ ਉਦੋਂ ਤੋਂ ਕਾਬੁਲ ਦੇ ਵਿੱਚੋਂ ਕੱਢੀ ਗਈ ਇਹ ਦੂਜੀ ਫਲਾਈਟ ਹੈ ਕੈਨੇਡਾ ਦੇ ਵੱਲੋਂ, ਜਿਸ ਦੇ ਵਿੱਚ ਜਿਹੜੇ ਉੱਥੇ ਤੋਂ ਅਫਗਾਨੀ ਕੱਢੇ ਗਏ ਨੇ ਉਹਨਾਂ ਨੂੰ ਕੈਨੇਡਾ ਨਹੀਂ ਲਿਆਂਦਾ ਗਿਆ, ਸਗੋਂ ਇੱਕ ਸੁਰੱਖਿਅਤ ਤੀਜੇ ਦੇਸ਼ ਦੇ ਵਿੱਚ ਲਿਜਾਇਆ ਗਿਆ ਹੈ। ਉਸ ਦੇਸ਼ ਦਾ ਹਜੇ ਨਾਮ ਨਹੀਂ ਦੱਸਿਆ ਗਿਆ ਕਿ ਉਹਨਾਂ ਨੂੰ ਕਿੱਥੇ ਲਿਜਾਇਆ ਗਿਆ ਹੈ, ਪਰ ਉੱਥੇ ਤੋਂ ਉਹਨਾਂ ਦੀ ਸਕਰੀਨਿੰਗ ਹੋਵੇਗੀ ਤੇ ਇਸ ਦੇ ਨਾਲ ਹੀ ਹੋਰ ਜਿਹੜੇ ਵੀ ਪ੍ਰਕਿਰਿਆ ਹੈ ਉਹ ਚਲਾਉਣ ਤੋਂ ਬਾਅਦ ਕੈਨੇਡਾ ਦੇ ਵਿੱਚ ਉਹਨਾਂ ਨੂੰ ਲਿਆਂਦਾ ਜਾ ਸਕਦਾ ਹੈ, ਕਿਉਂਕਿ ਉਹਨਾਂ ਦੇ ਵਿੱਚ ਉਹ ਅਫਗਾਨੀ ਨੇ ਜਿਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਕੈਨੇਡਾ ਦੇ ਵਾਸਤੇ ਕੰਮ ਕੀਤਾ ਜਦੋਂ ਕੈਨੇਡੀਅਨ ਫੌਜ ਤੇ ਨਾਲ ਹੀ ਕੈਨੇਡੀਅਨ ਅਧਿਕਾਰੀ ਅਫਗਾਨਿਸਤਾਨ ਦੇ ਵਿੱਚ ਮੌਜੂਦ ਸਨ, ਜਿਸ ਦੇ ਬਾਰੇ ਇਮੀਗ੍ਰੇਸ਼ਨ ਵਿਭਾਗ ਕੈਨੇਡਾ ਦਾ ਪਹਿਲਾਂ ਹੀ ਐਲਾਨ ਕਰ ਚੁੱਕਿਆ ਸੀ ਕਿ ਅਜਿਹੇ ਅਫਗਾਨੀਆਂ ਨੂੰ ਕੈਨੇਡਾ ਪਨਾਹ ਦੇਵੇਗਾ ਜਿਨ੍ਹਾਂ ਨੇ ਉਹਨਾਂ ਦੇ ਅਧਿਕਾਰੀਆਂ ਦੀ ਮਦਦ ਕੀਤੀ ਹੈ ਤੇ ਉਹਨਾਂ ਦੇ ਵਾਸਤੇ ਕੰਮ ਕੀਤਾ ਹੈ। ਅੱਗੇ ਜਾਣਕਾਰੀ ਹੈ ਕਿ CIC ਨਿਊਜ਼ ਦੇ ਵੱਲੋਂ ਇੱਕ ਰਿਪੋਰਟ ਛਾਪੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਮੀਗ੍ਰੇਸ਼ਨ ਵਿਭਾਗ ਨੇ ਉਹਨਾਂ ਨੂੰ ਜਾਣਕਾਰੀ ਦਿੱਤੀ ਹੈ, ਜਿਸ ਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਜਿਹੜਾ TR to PR ਪਾਥਵੇ ਪ੍ਰੋਗਰਾਮ ਇਹ ਨਿਕਲਿਆ ਸੀ ਜੋ ਕਿ ਇੰਟਰਨੈਸ਼ਨਲ ਸਟੂਡੈਂਟਸ ਦੇ ਵਾਸਤੇ 40,000 ਫਾਈਲਾਂ ਲਈਆਂ ਜਾਣੀਆਂ ਸਨ, ਪਰ ਜਦੋਂ ਤੱਕ ਇਹ ਪ੍ਰੋਗਰਾਮ ਬੰਦ ਕੀਤਾ ਗਿਆ ਉਦੋਂ ਤੱਕ 7,000 ਤੋਂ ਵੱਧ ਫਾਈਲ ਅਜਿਹੀ ਆ ਚੁੱਕੀ ਸੀ ਜੋ ਕਿ 40,000 ਦੇ ਅੰਕੜੇ ਨੂੰ ਵੀ ਪਾਰ ਕਰ ਚੁੱਕੀ ਸੀ। ਇਸ ਗਿਣਤੀ ਦੇ ਬਾਰੇ ਜਦੋਂ ਇਹ ਜਾਣਕਾਰੀ ਦਿੱਤੀ ਗਈ ਹੈ ਤਾਂ ਇਸ ਮੌਕੇ ਇਸ ਤੋਂ ਇਹ ਪਤਾ ਲੱਗਦਾ ਹੈ ਕਿ ਸਿਰਫ 40,000 ਨਹੀਂ ਸਗੋਂ 47,000 ਤੋਂ ਵੱਧ ਇੰਟਰਨੈਸ਼ਨਲ ਸਟੂਡੈਂਟਸ ਦੀਆਂ ਫਾਈਲਾਂ ਨੇ ਜੋ TR to PR ਪਾਥਵੇ ਦੇ ਰਾਹੀਂ ਜਮ੍ਹਾਂ ਹੋਈਆਂ ਨੇ ਇਮੀਗ੍ਰੇਸ਼ਨ ਵਿਭਾਗ ਦੇ ਕੋਲ। ਪਰ ਇਸ ਮੌਕੇ ਇਹ ਵੀ ਹੈ ਕਿ ਜਿੰਨੀਆਂ ਵੀ ਫਾਈਲਾਂ ਜਮ੍ਹਾਂ ਹੋ ਗਈਆਂ, ਕਿਉਂਕਿ ਜਦੋਂ ਤੱਕ ਉਹ ਪ੍ਰੋਗਰਾਮ ਖੁੱਲ੍ਹਾ ਸੀ ਉਦੋਂ ਤੱਕ ਜਿੰਨੀਆਂ ਵੀ ਫਾਈਲਾਂ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਸਨ ਉਹਨਾਂ ਨੂੰ ਕਬੂਲ ਲਿਆ ਗਿਆ, ਜਿਸ ਕਰਕੇ ਇੱਥੇ ਇਹ ਵੀ ਹੈ ਕਿ ਉਹ ਫਾਈਲਾਂ ਨੂੰ ਹੁਣ ਰੱਦ ਨਹੀਂ ਕੀਤਾ ਜਾਵੇਗਾ, ਉਹਨਾਂ ਦੀ ਪ੍ਰਕਿਰਿਆ ਅੱਗੇ ਚੱਲੇਗੀ। ਪਰ ਇਸ ਦੇ ਵਿੱਚ ਜਿਵੇਂ ਕਿ 40,000 ਦਾ ਕੋਟਾ ਰੱਖਿਆ ਗਿਆ ਸੀ, ਪਰ 47,000 ਦੇ ਕਰੀਬ ਇਹ ਫਾਈਲਾਂ ਜਮ੍ਹਾਂ ਹੋਈਆਂ, ਜਿਸ ਦੇ ਵਿੱਚ ਕੈਨੇਡਾ 'ਚ ਇੰਟਰਨੈਸ਼ਨਲ ਸਟੂਡੈਂਟਸ ਨੂੰ ਪੱਕੇ ਕੀਤਾ ਜਾਣਾ ਪ੍ਰਕਿਰਿਆ ਦੇ ਰਾਹੀਂ। ਅੱਗੇ ਖਬਰ ਹੈ ਕਿ ਸਰੀ ਦੇ ਵਿੱਚ ਜੋ ਅੱਜ ਸਵੇਰੇ ਭਿਆਨਕ ਸੜਕ ਹਾਦਸਾ ਵਾਪਰਿਆ ਉਸ ਦੇ ਬਾਰੇ ਪੁਲਿਸ ਨੇ ਹੁਣ ਇਹ ਵੀ ਜਾਣਕਾਰੀ ਦੇ ਦਿੱਤੀ ਹੈ ਕਿ ਜਿਹੜੇ ਨੌਜਵਾਨਾਂ ਦੀ ਜਾਨ ਗਈ ਹੈ ਉਹਨਾਂ ਦੀ ਉਮਰ 16 ਤੇ 17 ਸਾਲ ਸੀ। ਸਰੀ ਵਿੱਚ ਸ਼ਨੀਵਾਰ ਦੀ ਸਵੇਰ ਨੂੰ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਦੇ ਕਰਕੇ 3 ਮੌਤਾਂ ਹੋ ਗਈਆਂ ਨੇ। ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਸਵੇਰੇ 2:45 ਦੇ ਕਰੀਬ ਦਾ ਸਮਾਂ ਸੀ ਜਦੋਂ ਇੱਕ ਵਾਹਨ ਦਰਖਤ ਦੇ ਨਾਲ ਟਕਰਾ ਗਿਆ 104 ਐਵੇਨਿਊ ਤੇ 160 ਸਟਰੀਟ ਦੇ ਨੇੜੇ, ਜਿਸ ਤੋਂ ਬਾਅਦ ਐਮਰਜੈਂਸੀ ਸਰਵਿਸ ਨੂੰ ਜਾਣਕਾਰੀ ਦਿੱਤੀ ਗਈ। ਮੌਕੇ ਦੇ ਉੱਤੇ ਅਧਿਕਾਰੀ ਪਹੁੰਚੇ ਤਾਂ ਉੱਥੇ ਇੱਕ ਵਾਹਨ ਮੌਜੂਦ ਸੀ ਜਿਸ ਦੇ ਵਿੱਚ 3 ਜਣੇ ਮੌਜੂਦ ਸਨ ਤੇ ਉਹਨਾਂ ਦੀ ਮੌਤ ਹੋ ਚੁੱਕੀ ਸੀ।
ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਬੁਰਾ ਮਹਿਸੂਸ ਹੋ ਰਿਹਾ ਹੈ ਉਹਨਾਂ ਪਰਿਵਾਰਾਂ ਤੇ ਨਾਲ ਹੀ ਉਹਨਾਂ ਵਿਅਕਤੀਆਂ ਦੇ ਵਾਸਤੇ ਜਿਹੜੇ ਇਹਨਾਂ 3 ਜਣਿਆਂ ਨੂੰ ਜਾਣਦੇ ਸਨ ਜਿਨ੍ਹਾਂ ਦੀ ਜ਼ਿੰਦਗੀ ਚਲੀ ਗਈ। ਫਿਲਹਾਲ ਜਾਂਚ ਟੀਮ ਨੇ ਜਿਨ੍ਹਾਂ ਦੀ ਜਾਨ ਗਈ ਹੈ ਉਹਨਾਂ ਦੀ ਪਛਾਣ ਤਾਂ ਜਨਤਕ ਨਹੀਂ ਕੀਤੀ, ਪਰ ਸ਼ਨੀਵਾਰ ਦੀ ਸਵੇਰ ਨੂੰ ਕਈ ਘੰਟੇ ਤੱਕ 104 ਐਵਨਿਊ ਤੇ 160 ਸਟਰੀਟ ਦੇ ਦਰਮਿਆਨ ਦੇ ਰਸਤੇ ਨੂੰ ਬੰਦ ਕੀਤਾ ਗਿਆ ਸੀ ਜਿੱਥੇ ਕਿ ਜਾਂਚ ਚੱਲ ਰਹੀ ਸੀ। ਪੁਲਿਸ ਅਧਿਕਾਰੀਆਂ ਨੇ ਇੱਥੇ ਵੀ ਕਿਹਾ ਕਿ ਜੇਕਰ ਕਿਸੇ ਨੇ ਹਾਦਸਾ ਵਾਪਰਦਾ ਦੇਖਿਆ ਹੋਵੇ ਜਾਂ ਫਿਰ ਡੈਸ਼ ਕੈਮ ਵੀਡੀਓ ਹੋਵੇ ਕਿਸੇ ਕੋਲ ਤਾਂ ਸਰੀ RCMP ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਨੌਜਵਾਨਾਂ ਦੀ ਉਮਰ 16 ਤੇ 17 ਸਾਲ ਸੀ ਜਿਸ ਕਰਕੇ ਉਹ ਨਾਬਾਲਗ ਹੋਣ ਦੇ ਕਰਕੇ ਉਹਨਾਂ ਦੀ ਪਛਾਣ ਨੂੰ ਪੁਲਿਸ ਨੇ ਜਨਤਕ ਨਹੀਂ ਕੀਤਾ। ਪੁਲਿਸ ਦੇ ਨਾਲ ਹੀ ਸਰੀ ਦੇ ਮੇਅਰ ਤੇ ਹੋਰ ਅਧਿਕਾਰੀ ਤੇ ਨਾਲ ਹੀ ਪੂਰੇ ਸਰੀ ਨਿਵਾਸੀਆਂ ਦੇ ਵੱਲੋਂ ਇਸ ਮੌਕੇ ਉਹਨਾਂ ਪਰਿਵਾਰਾਂ ਦੇ ਵਾਸਤੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਜਿਨ੍ਹਾਂ ਨੇ ਆਪਣੇ ਇਹਨਾਂ ਪਰਿਵਾਰਕ ਮੈਂਬਰਾਂ ਨੂੰ ਅੱਜ ਸਵੇਰੇ ਖੋ ਦਿੱਤਾ। ਇਸ ਤਰ੍ਹਾਂ ਹੀ ਹੁਣ ਰੁੱਖ ਅਗਲੀ ਖਬਰ ਦੇ ਵੱਲ ਕਰਾਂਗੇ। ਜਸਟਿਨ ਟਰੂਡੋ ਨੇ ਜੋ ਤਨਖਾਹ ਨੂੰ ਲੈ ਕੇ ਵਾਅਦਾ ਕੀਤਾ ਹੈ ਉਸ ਦੇ ਬਾਰੇ ਤੁਹਾਨੂੰ ਦੱਸਾਂਗੇ ਕਿ ਫੈਡਰਲ ਕਾਮਿਆਂ ਦੇ ਲਈ ਕੀ ਉਹਨਾਂ ਨੇ ਐਲਾਨ ਕੀਤਾ। ਜਸਟਿਨ ਟਰੂਡੋ ਨੇ ਕਿਹਾ ਕਿ ਇਸ ਸਮੇਂ ਕੈਨੇਡਾ ਦੇ ਵਿੱਚ ਜੇਕਰ ਕੋਈ ਵੀ ਬਿਮਾਰ ਹੁੰਦਾ ਹੈ ਕੋਵਿਡ-19 ਦੇ ਕਰਕੇ ਤਾਂ ਉਹਨਾਂ ਦੇ ਵਾਸਤੇ ਕੈਨੇਡਾ ਰਿਕਵਰੀ ਸਿਕਨੈਸ ਬੈਨੀਫਿਟ ਹੈ ਜਿਸ ਰਾਹੀਂ ਉਹ ਵਿੱਤੀ ਮਦਦ ਲੈ ਸਕਦੇ ਨੇ ਜੋ ਕਿ ਇੱਕ ਐਮਰਜੈਂਸੀ ਦੇ ਵਿੱਚ ਦਿੱਤੀ ਜਾਣ ਵਾਲੀ ਮਦਦ ਹੈ ਜੋ ਕੈਨੇਡਾ ਸਰਕਾਰ ਦੇ ਵੱਲੋਂ ਦਿੱਤੀ ਜਾਣ ਲੱਗੀ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਇਹ ਨਾ ਜੁੜਨਾ ਪਵੇ ਕਿ ਜਦੋਂ ਉਹ ਬਿਮਾਰ ਨੇ ਤਾਂ ਉਹ ਕੰਮ ਦੇ ਉੱਤੇ ਜਾ ਰਹੇ ਨੇ ਕਿਉਂਕਿ ਉਹ ਤਨਖਾਹ ਤੋਂ ਬਿਨਾਂ ਨਹੀਂ ਰਹਿ ਸਕਦੇ ਕਿਉਂ ਜੋ ਉਹਨਾਂ ਨੇ ਆਪਣੇ ਘਰ ਦੇ ਖਰਚ ਚਲਾਉਣੇ ਨੇ। ਤਾਂ ਇਸ ਮੌਕੇ ਜਸਟਿਨ ਟਰੂਡੋ ਨੇ ਕਿਹਾ ਕਿ ਇਹ ਤਾਂ ਉਸ ਸਮੇਂ ਵਾਸਤੇ ਹੈ ਜਦੋਂ ਕੋਵਿਡ-19 ਦੇ ਕਰਕੇ ਬਿਮਾਰ ਹੋ ਰਹੇ ਨੇ ਤੇ ਇਹ ਸੀਮਤ ਸਮੇਂ ਦੇ ਲਈ ਹੈ ਪਰ ਅੱਗੇ ਅਜਿਹੇ ਚੁਣੌਤੀ ਭਰੇ ਫੈਸਲੇ ਕਿਸੇ ਪਰਿਵਾਰ ਨੂੰ ਨਾ ਲੈਣੇ ਪੈਣ ਜਿਸ ਦੇ ਵਾਸਤੇ ਉਹਨਾਂ ਦੀ ਲਿਬਰਲ ਸਰਕਾਰ ਜਦੋਂ ਆਵੇਗੀ ਤਾਂ ਉਹਨਾਂ ਦੇ ਵੱਲੋਂ ਇਸ ਦੇ ਉੱਤੇ 100 ਦਿਨ ਦੇ ਵਿੱਚ ਫੈਸਲਾ ਲਿਆ ਜਾਵੇਗਾ ਕਿ 10 ਦਿਨ ਦੇ ਲਈ ਪੇਡ ਸਿਕ ਲੀਵ ਲਾਗੂ ਕੀਤੀ ਜਾਵੇਗੀ ਉਹਨਾਂ ਕਾਮਿਆਂ ਦੇ ਲਈ ਜਿਹੜੇ ਕਿ ਫੈਡਰਲ ਸਰਕਾਰ ਦੇ ਅਧੀਨ ਆਉਂਦੇ ਨੇ। ਜਸਟਿਨ ਟਰੂਡੋ ਦੇ ਵੱਲੋਂ ਚੋਣ ਪ੍ਰਚਾਰ ਦੇ ਦੌਰਾਨ ਇਹ ਵਾਅਦਾ ਕਾਮਿਆਂ ਦੇ ਵਾਸਤੇ ਕੀਤਾ ਗਿਆ। Right now, if you get COVID-19 and your job doesn't give you paid sick leaves, you can use the Canada Recovery Sickness Benefit we introduced this past spring. We created this emergency support because too many people were having to make impossible decisions, choosing whether to go to work or miss out on an essential paycheck, either keep kids home or send them to school. Too many families uncertain, racked with extremely difficult decisions. Well, now we're stepping up to do something about it, and we're keeping going. As a government and as this country's largest employer, it's up to us to set the example. So, my friends, that's exactly what we're going to do. Within the first 100 days of a new mandate, a re-elected Liberal government will introduce 10-day paid sick leave for all federally regulated workers. Ces congés de maladie payés pourront être utilisés quelques-uns à la fois, par exemple si un travailleur a besoin de 48 heures pour se remettre d'un rhume, ou sur une plus longue période de temps. Parce qu'on sait que dans la vie, il y a toujours des imprévus, même quand il n'y a pas de pandémie. We're setting the standard for what people deserve. And we'll convene the provinces to talk about how to make sick leave a reality in provincially regulated sectors too. If you're sick, you should be able to stay home and get well. It's as simple as that. ਇਸ ਦੇ ਨਾਲ ਹੀ ਅੱਜ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।